ਬਾਬਾ ਜੀ ਕੁਝ ਸਮਾਂ ਘਰ ਵਿੱਚ ਰਹੇ ਤੇ ਜਦ ਸਰੀਰ ਠੀਕ ਹੋ ਗਿਆ ਫਿਰ ਮਾਤਾ ਜੀ ਤੋਂ ਆਗਿਆ ਮੰਗੀ। ਪਰ ਮਾਤਾ ਜੀ ਨੇ ਹੋਰ ਰਹਿਣ ਵਾਸਤੇ ਬੇਨਤੀ ਕੀਤੀ, ਪਰ ਬਾਬਾ ਜੀ ਨੇ ਵਚਨ ਕੀਤਾ, ਨਹੀਂ ਮਾਤਾ, ਸਾਧੂ ਚਲਦੇ ਭਲੇ ਨਗਰੀ ਵਸਦੀ ਭਲੀ। ਤੁਸੀਂ ਸਾਡੀ ਬਹੁਤ ਸੇਵਾ ਕੀਤੀ ਹੈ, ਇਸ ਲਈ ਸੁਖੀ ਵਸੋ। ਇਹ ਕਹਿ ਕੇ ਆਗਿਆ ਲੈ ਕੇ ਤੁਰ ਪਏ। ਪਿੰਡ ਤੋਂ ਥੋੜੀ ਦੂਰ ਤੇ ਇੱਕ ਗੱਡੇ ਵਾਲਾ ਮਿਲਿਆ ਤੇ ਕਹਿਣ ਲੱਗਾ, ਸੰਤ ਜੀ ਕਿੱਥੇ ਜਾਣਾ ਹੈ? ਉੱਤਰ ਦਿੱਤਾ ਕਿ ਆਨੰਦਪੁਰ ਸਾਹਿਬ। ਤਾਂ ਗੱਡੇ ਵਾਲੇ ਨੇ ਆਖਿਆ, ਕਪੂਰਥਲੇ ਤੱਕ ਤਾਂ ਮੇਰੇ ਨਾਲ ਬੈਠ ਜਾਓ, ਉੱਥੋਂ ਤੱਕ ਹੀ ਮੈਂ ਜਾਣਾ ਹੈ। ਸੁਣ ਕੇ ਕਹਿਣ ਲੱਗੇ, ਨਹੀਂ ਭਾਈ, ਸਾਡਾ ਤਾਂ ਰੋਜ਼ ਦਾ ਹੀ ਕੰਮ ਹੈ, ਇਸ ਲਈ ਕਿੱਥੇ ਕਿੱਥੇ ਸਵਾਰੀ ਭਾਲਾਂਗੇ, ਤੂੰ ਚੱਲ, ਅਸੀਂ ਤੁਰ ਕੇ ਹੀ ਠੀਕ ਹਾਂ। ਗੱਡੇ ਵਾਲੇ ਨੇ ਬਹੁਤ ਨਿਮਾਣੇ ਹੋ ਕੇ ਬੇਨਤੀ ਕੀਤੀ। ਬਾਬਾ ਜੀ ਬੈਠਣ ਲਈ ਮੰਨ ਗਏ। ਉਸਨੇ ਗੱਡੇ ਉੱਤੇ ਮੰਜੀ ਰੱਖੀ ਹੋਈ ਸੀ। ਕਹਿਣ ਲੱਗਾ, ਜੀ ਮੰਜੇ 'ਤੇ ਆਰਾਮ ਕਰੋ। ਬਾਬਾ ਜੀ ਮੰਜੀ ਉੱਤੇ ਬੈਠ ਗਏ। ਰਸਤੇ ਵਿੱਚ ਜਿੱਥੇ ਸ਼ਾਮ ਪੈ ਗਈ, ਉਸਨੇ ਗੱਡਾ ਰੋਕ ਦਿੱਤਾ। ਗੱਡੇ ਵਾਲੇ ਨੇ ਪ੍ਰਸ਼ਾਦਾ ਤਿਆਰ ਕੀਤਾ ਤੇ ਬਾਬਾ ਜੀ ਨੂੰ ਬੇਨਤੀ ਕੀਤੀ, ਜੀ ਆਪ ਪ੍ਰਸ਼ਾਦਾ ਛਕੋ। ਬਾਬਾ ਜੀ ਨੇ ਆਖਿਆ, ਸਾਨੂੰ ਤਾਂ ਭੁੱਖ ਨਹੀਂ ਹੈ, ਤੂੰ ਖਾ ਲੈ। ਉਸਨੇ ਕਿਹਾ, ਤੁਹਾਡੇ ਵਾਸਤੇ 2 ਰੋਟੀਆਂ ਰੱਖ ਦਿੱਤੀਆਂ ਹਨ, ਜਦੋਂ ਜੀ ਕਰੇ ਖਾ ਲੈਣੀਆਂ। ਇਉਂ ਕਹਿ ਕੇ ਪ੍ਰਸ਼ਾਦੇ ਬਾਬਾ ਜੀ ਦੇ ਦੁਪੱਟੇ ਵਿੱਚ ਲਪੇਟ ਦਿੱਤੇ ਤੇ ਆਪ ਰੋਟੀ ਖਾ ਕੇ ਹੱਥ ਪੈਰ ਧੋ ਕੇ ਕਹਿਣ ਲੱਗਾ, ਸੰਤ ਜੀ ਮੈਂ ਥੱਕਿਆ ਹੋਇਆ ਹਾਂ, ਆਰਾਮ ਕਰਨਾ ਹੈ। ਬੋਰੀ ਉੱਤੇ ਦਰੀ ਵਿਛਾ ਕੇ ਪੈਣ ਲੱਗਿਆ ਤਾਂ ਬਾਬਾ ਜੀ ਨੇ ਆਖਿਆ, ਤੂੰ ਮੰਜੀ ਉੱਤੇ ਪੈ ਜਾ। ਕਹਿਣ ਲੱਗਾ, ਜੀ ਇਹ ਮੰਜੀ ਹੁਣ ਤੁਹਾਡੇ ਨਿਮਿਤ ਹੀ ਹੈ, ਹੁਣ ਨਾਲੇ ਤੁਸੀਂ ਸਾਰੇ ਪਾਸੇ ਨਿਗਾਹ ਰੱਖ ਲੈਣੀ। ਇਉਂ ਕਹਿ ਕੇ ਸੌਂ ਗਿਆ। ਤਾਂ ਥੋੜ੍ਹੀ ਦੇਰ ਬਾਅਦ ਕੁਝ ਖੜਾਕ ਹੋਇਆ ਤਾਂ ਉਸਦੀ ਜਾਗ ਖੁੱਲ੍ਹ ਗਈ। ਕੀ ਦੇਖਿਆ ਕਿ ਇੱਕ ਬਲਦ ਲਿਟ ਰਿਹਾ ਹੈ, ਜਿਵੇਂ ਦਰਦ ਹੋ ਰਿਹਾ ਹੋਵੇ। ਉਸ ਨੂੰ ਵੇਖ ਕੇ ਉਹ ਰੋਣ ਲੱਗ ਪਿਆ। ਬਾਬਾ ਜੀ ਨੇ ਨੇਤਰ ਖੋਲ੍ਹੇ ਤੇ ਪੁੱਛਿਆ, ਕਿਉਂ ਰੋਂਦਾ ਹੈ? ਬੇਨਤੀ ਕੀਤੀ, ਜੀ ਮੈਂ ਗਰੀਬ ਆਦਮੀ ਹਾਂ, ਵਿਆਜੂ ਪੈਸੇ ਲੈ ਕੇ ਇਹ ਬਲਦ ਖਰੀਦਿਆ ਸੀ ਤੇ ਭਾੜਾ ਕਿਰਾਇਆ ਢੋ ਕੇ ਗੁਜ਼ਾਰਾ ਕਰਦਾ ਹਾਂ। ਛੋਟੇ ਛੋਟੇ ਬੱਚੇ ਹਨ, ਜ਼ਮੀਨ ਗਹਿਣੇ ਪਈ ਹੈ। ਸੁਣ ਕੇ ਬਾਬਾ ਜੀ ਨੇ ਆਖਿਆ, ਕੁਝ ਨਹੀਂ ਹੁੰਦਾ, ਤਕੜਾ ਹੋ। ਆਖਿਆ, ਜੀ ਕਿਵੇਂ ਹੌਸਲਾ ਕਰਾਂ, ਸਿਰ 'ਤੇ ਮੁਕੱਦਮਾ ਚੱਲ ਰਿਹਾ ਹੈ, ਇਸ ਤਰੀਕ 'ਤੇ ਖਬਰੇ ਕੀ ਫੈਸਲਾ ਹੋਵੇਗਾ ਤੇ ਉੱਤੋਂ ਬਲਦ ਵਾਲੀ ਬਿਪਤਾ ਪੈ ਗਈ ਹੈ। ਉਸਨੂੰ ਬਾਬਾ ਜੀ ਦੀ ਤਾਕਤ ਦਾ ਨਹੀਂ ਸੀ ਪਤਾ ਕਿ ਇਹ ਕੀ ਨਹੀਂ ਕਰ ਸਕਦੇ। ਜਿਹੜੇ ਮਹਾਂਪੁਰਸ਼ ਯੁੱਗ ਬਦਲ ਸਕਦੇ ਹਨ, ਉਹਨਾਂ ਅੱਗੇ ਕੋਈ ਵੀ ਕੰਮ ਔਖਾ ਨਹੀਂ, ਪਰ ਉਹ ਥੋੜ੍ਹੀ ਢਿੱਲ ਜ਼ਰੂਰ ਰੱਖਦੇ ਹਨ ਕਿ ਪਹਿਲਾਂ ਕਰ ਲੈ ਮਨਮਰਜ਼ੀਆਂ। ਬਾਬਾ ਜੀ ਉਸ ਦਾ ਰੋਣਾ ਸੁਣ ਕੇ ਮਿਹਰ ਦੇ ਘਰ ਵਿੱਚ ਆਏ ਤੇ ਕਹਿਣ ਲੱਗੇ, ਉਹ 2 ਰੋਟੀਆਂ ਕਿੱਥੇ ਹਨ ਜੋ ਸਾਡੇ ਵਾਸਤੇ ਰੱਖੀਆਂ ਸਨ, ਉਹ ਲਿਆ। ਉਸਨੇ ਬਾਬਾ ਜੀ ਦੇ ਪੱਲੇ ਵਿੱਚੋਂ 2 ਰੋਟੀਆਂ ਕੱਢ ਕੇ ਫੜਾ ਦਿੱਤੀਆਂ। ਬਾਬਾ ਜੀ ਨੇ ਉਸ ਵਿੱਚੋਂ 1 ਰੋਟੀ ਉਸਨੂੰ ਫੜਾਈ ਤੇ ਕਹਿਣ ਲੱਗੇ, ਇਹ ਰੋਟੀ ਉਸ ਬਲਦ ਨੂੰ ਖਵਾ ਦੇ। 7 ਬਚਨ ਕਰਕੇ ਜਦੋਂ ਰੋਟੀ ਬਲਦ ਦੇ ਮੂਹਰੇ ਰੱਖੀ ਤਾਂ ਉਸਨੇ ਝੱਟ ਮੂੰਹ ਵਿੱਚ ਪਾ ਲਈ ਤੇ ਰੋਟੀ ਖਾਣ ਸਾਰ ਹੀ ਸਹੀ ਸਲਾਮਤ ਹੋ ਕੇ ਆਰਾਮ ਨਾਲ ਬੈਠ ਗਿਆ। ਗੱਡੇ ਵਾਲਾ ਖੁਸ਼ ਹੋ ਗਿਆ ਤਾਂ ਬਾਬਾ ਜੀ ਕਹਿਣ ਲੱਗੇ, ਤੂੰ ਬੇਫਿਕਰ ਹੋ ਕੇ ਸੌਂ ਜਾ। ਗੱਡਾ ਵਾਲਾ ਸੌਂ ਗਿਆ, ਪਰ 1-2 ਵਾਰ ਉੱਠ ਕੇ ਬਲਦ ਨੂੰ ਵੇਖਿਆ। ਬਲਦ ਠੀਕ ਠਾਕ ਸੀ। ਜਿਤਨੀ ਵਾਰ ਉੱਠਿਆ, ਬਾਬਾ ਜੀ ਉਸਨੂੰ ਬੈਠੇ ਹੀ ਨਜ਼ਰ ਆਏ। ਦਿਨ ਚੜ੍ਹਿਆ, ਤੁਰਨ ਦੀ ਤਿਆਰੀ ਕਰਕੇ ਚੱਲ ਪਏ। ਰਸਤੇ ਵਿੱਚ ਉਸਨੇ ਬੇਨਤੀ ਕੀਤੀ, ਮਹਾਂਪੁਰਸ਼ੋ, ਜ਼ਿੰਦਗੀ ਵਿੱਚ ਮੇਰੇ 'ਤੇ ਵੀ ਕਦੇ ਚੰਗੇ ਦਿਨ ਆਉਣਗੇ, ਕਿਉਂਕਿ ਮੈਂ ਤਾਂ ਜਦ ਦੀ ਸੁਰਤ ਸੰਭਾਲੀ ਹੈ ਕਦੇ ਸੁੱਖ ਨਹੀਂ ਵੇਖਿਆ। ਇਹ ਕਹਿ ਕੇ ਉਹ ਰੋ ਪਿਆ। ਬਾਬਾ ਜੀ ਨੇ ਉਸਦੀ ਬੇਨਤੀ ਸੁਣੀ ਤੇ ਗੰਭੀਰ ਹੋ ਕੇ ਉਸਦੇ ਕਰਮਾਂ 'ਤੇ ਝਾਤ ਪਾਈ ਤਾਂ ਵੇਖਿਆ ਕਿ ਸੱਚਮੁੱਚ ਹੀ ਇਸ ਬੰਦੇ ਦੇ ਕਰਮਾਂ ਵਿੱਚ ਬਹੁਤ ਦੁੱਖ ਲਿਖੇ ਹਨ। ਪਰ ਮਹਾਂਪੁਰਸ਼ ਤਾਂ ਹੋਣੀਆਂ ਟਾਲ ਦਿੰਦੇ ਹਨ। ਹੋਣਹਾਰ ਟਾਲੇ ਸੰਤ, ਮੂਏ ਕੋ ਜੀ ਵਾਲੇ ਸੰਤ, ਸੰਤ ਕੇ ਨਿਕਾਲੇ ਫਾਹੇ, ਫੇਰ ਨਾ ਉਹ ਫਸਦਾ। ਗੱਡੇ ਵਾਲੇ ਨੇ ਅੱਜ ਬਾਬਾ ਜੀ ਦੀ ਥੋੜ੍ਹੀ ਜਿਹੀ ਸੇਵਾ ਕੀਤੀ ਸੀ ਤੇ ਇਹ ਉਹ ਮਹਾਂਪੁਰਸ਼ ਹਨ ਜੋ ਤਿਲ ਨਹੀਂ ਭਨੇ ਕਾਲੇ, ਜੋ ਕਿਸੇ ਦੀ ਤਿਲ ਮਾਤਰ ਕੀਤੀ ਦਾ ਫਲ ਪਹਾੜ ਜਿੱਡਾ ਦੇ ਕੇ ਖੁਸ਼ ਹੁੰਦੇ ਹਨ। ਇਸ ਲਈ ਅੱਜ ਬਾਬਾ ਜੀ ਨੇ ਇਸ ਉੱਤੇ ਮਿਹਰ ਦੀ ਨਿਗਾਹ ਕਰ ਦਿੱਤੀ। ਬਾਬਾ ਜੀ ਕਹਿਣ ਲੱਗੇ, ਗੁਰਮੁਖਾ, ਨਾ ਹੀ ਸਦਾ ਦਿਨ ਚੰਗੇ ਰਹਿੰਦੇ ਹਨ ਤੇ ਨਾ ਹੀ ਮਾੜੀ। ਤੂੰ ਕਿਰਤ ਕਮਾਈ ਕਰੀ ਚੱਲ, ਪਰਮੇਸ਼ਰ ਭਲੀ ਕਰੇਗਾ। ਗੱਡੇ ਵਾਲੇ ਨੇ ਬੇਨਤੀ ਕੀਤੀ, ਜੀ ਮੇਰੇ 'ਤੇ ਕਿਸੇ ਨੇ ਮੁਕੱਦਮਾ ਕੀਤਾ ਹੋਇਆ ਹੈ। ਅੱਜ ਉਸ ਕੇਸ ਦੇ ਫੈਸਲੇ ਦੀ ਤਰੀਕ ਹੈ ਤੇ ਮੇਰਾ ਮੁਖਾਲਫ ਬੰਦਾ ਬੜੇ ਜ਼ੋਰ ਵਾਲਾ ਹੈ, ਇਸ ਲਈ ਮੈਨੂੰ ਬੜਾ ਡਰ ਲੱਗ ਰਿਹਾ ਹੈ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਫੈਸਲਾ ਤਾਂ ਤੇਰੇ ਹੱਕ ਵਿੱਚ ਹੀ ਹੋਏਗਾ ਤੇ ਅਸੀਂ ਉਤਨਾ ਚਿਰ ਗੱਡੇ ਉੱਤੇ ਹੀ ਬੈਠਾਂਗੇ ਜਦੋਂ ਤੂੰ ਮੁਕੱਦਮਾ ਜਿੱਤ ਕੇ ਆਵੇਂਗਾ ਤਾਂ ਜਾਵਾਂਗੇ। ਜਦੋਂ ਕਪੂਰਥਲੇ ਪਹੁੰਚੇ ਤਾਂ ਕਚਹਿਰੀ ਦੇ ਬਾਹਰ ਗੱਡਾ ਖੜਾ ਕਰ ਦਿੱਤਾ। ਬਾਬਾ ਜੀ ਨੇ ਆਖਿਆ, ਅਸੀਂ ਬੈਠੇ ਹਾਂ, ਤੂੰ ਬੇਫਿਕਰ ਹੋ ਕੇ ਜਾ, ਜਦ ਤੂੰ ਆਵੇਂਗਾ ਉਦੋਂ ਹੀ ਜਾਵਾਂਗੇ। ਗੱਡੇ ਵਾਲਾ ਕਚਹਿਰੀ ਵਿੱਚ ਚਲਾ ਗਿਆ ਤੇ ਸਭ ਤੋਂ ਪਹਿਲੀ ਆਵਾਜ਼ ਇਸੇ ਨੂੰ ਹੀ ਪਈ। ਜੱਜ ਨੇ ਜਾਂਦੇ ਸਾਰ ਫੈਸਲਾ ਇਹਦੇ ਹੱਕ ਵਿੱਚ ਸੁਣਾ ਦਿੱਤਾ ਤਾਂ ਇਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਭੱਜ ਕੇ ਬਾਹਰ ਆਇਆ ਤੇ ਬਾਬਾ ਜੀ ਦੇ ਚਰਨਾਂ 'ਤੇ ਡਿੱਗ ਪਿਆ ਤੇ ਕਹਿਣ ਲੱਗਾ,
ਮਹਾਰਾਜ ਤੁਸੀਂ ਤਾਂ ਰੱਬ ਹੋ, ਤੁਹਾਡੇ ਤਾਂ ਹੱਥ ਵਿੱਚ ਸਭ ਕੁਝ ਹੈ। ਤੁਸੀਂ ਜੋ ਵੀ ਬਚਨ ਕਰਦੇ ਰਹੇ ਉਹ ਸਭ ਪੂਰਾ ਹੋ ਗਿਆ। ਇਸ ਲਈ ਹੁਣ ਮੇਰੇ 'ਤੇ ਮਿਹਰ ਕਰ ਦਿਓ, ਮੇਰੇ ਮਾੜੇ ਕਰਮ ਸੜ ਜਾਣ ਅਤੇ ਚੰਗੇ ਭਾਗ ਉਜਾਗਰ ਹੋ ਜਾਣ। ਬਾਬਾ ਜੀ ਮੁਸਕਰਾਏ ਅਤੇ ਕਹਿਣ ਲੱਗੇ, ਸਾਡੇ 3 ਬਚਨ ਪੱਲੇ ਬੰਨ੍ਹ ਲੈ, ਤੈਨੂੰ ਕਦੇ ਕੋਈ ਦੁੱਖ ਨਹੀਂ ਆਏਗਾ। ਇੱਕ ਤਾਂ ਕਿਸੇ ਦਾ ਹੱਕ ਨਾ ਰੱਖੀ, ਦੂਜਾ ਰੱਬ ਨੂੰ ਨਾ ਭੁੱਲੀ, ਅਤੇ ਤੀਜਾ ਜੇ ਕੋਈ ਸੰਤ ਸਾਧ ਰੱਬ ਦਾ ਪਿਆਰਾ ਮਿਲ ਪਵੇ ਤਾਂ ਉਹਦੀ ਸੇਵਾ ਕਰੀ। ਉਸਨੇ 7 ਬਚਨ ਕੀਤਾ ਅਤੇ ਆਖਿਆ, ਮਹਾਰਾਜ ਆਹ ਤੁਹਾਡੀ ਸੇਵਾ ਦਾ ਫਲ ਤਾਂ ਮੈਂ ਅੱਜ ਹੀ ਲਾ ਬੈਠਾ ਹਾਂ। ਭਾਵੇਂ ਕਿ ਦੇਖ ਕੇ ਤਾਂ ਤੁਸੀਂ ਮੈਨੂੰ ਫੱਕਰ ਹੀ ਲੱਗਦੇ ਸੋ, ਪਰ ਠੀਕ ਜਿਵੇਂ ਕਿਸੇ ਨੇ ਆਖਿਆ ਹੈ ਫੱਕਰ ਨੂੰ ਕਰਨਾ ਸਲਾਮ ਚੰਗਾ, ਭਾਵੇਂ ਹਾਲ ਥੀਓ ਬੇਹਾਲ ਹੋਵੇ। ਇਹ ਨਾ ਜਾਣੀਏ ਇਸ ਦੇ ਕੁਝ ਨਹੀਂ ਪੱਲੇ, ਮਤ ਪਿਛਲਾ ਕੋਈ ਨਿਹਾਲ ਹੋਵੇ। ਤੇਗ ਫੱਕਰ ਦੀ ਰੁਕੇ ਨਾ ਕਿਸੇ ਕੋਲੋਂ, ਭਾਵੇਂ ਰੋਕਣੇ ਨੂੰ ਹੱਥ ਢਾਲ ਹੋਵੇ। ਸਾਏ ਲੋਕ ਫਰੋਲ ਚਾ ਗੋਦੜੀ ਨੂੰ, ਮਤਾ ਗੋਦੜੀ ਦੇ ਵਿੱਚ ਲਾਲ ਹੋਵੇ। ਆਜੜੀ ਤੇ ਮਿਹਰਾਂ। ਕਪੂਰਥਲੇ ਤੋਂ ਤੁਰਨ ਲੱਗਿਆਂ ਬਾਬਾ ਜੀ ਨੇ ਇੱਕ ਨਵਾਂ ਵੇਸ ਬਣਾ ਲਿਆ, ਕਿਉਂਕਿ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 726। ਗੋਦੜੀ ਪਾ ਲਈ, ਚੱਦਰ ਦੀ ਬੁੱਕਲ ਮਾਰ ਲਈ, ਖੱਦਰ ਦਾ ਦੁਪੱਟਾ ਅਤੇ ਇੱਕ ਹੱਥ ਵਿੱਚ ਚਿੱਪੀ ਅਤੇ ਦੂਜੇ 'ਚ ਸੋਟੀ, ਬੇਪਰਵਾਹ ਜੋ ਹੋਏ। ਰੰਗ ਹੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ, ਪਰਵਾਹ ਨਾਹੀਂ ਕਿਸੇ ਕੇਰੀ, ਬਾਜੇ ਸੱਚੇ ਨਾਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 473। ਦੁਨੀਆ ਦੀ ਪਰਵਾਹ ਨਹੀਂ, ਰੰਗ ਵਿੱਚ ਆਉਣ ਤਾਂ ਹੱਸ ਪੈਣ, ਰੰਗ ਵਿੱਚ ਆਉਣ ਤਾਂ ਰੋ ਪੈਣ, ਰੰਗ ਵਿੱਚ ਆਉਣ ਤਾਂ ਚੁੱਪ ਕਰ ਜਾਣ। ਬੇਪਰਵਾਹ ਨਾ ਬੋਲਣੀ, ਹਉ ਮਲਮਲ ਧੋਵਾਂ ਪਾਏ। ਆਖਿਆ ਜੇ ਐਸੇ ਬੇਪਰਵਾਹ ਮਹਾਂਪੁਰਖ ਮਿਲ ਪੈਣ ਅਤੇ ਉਹਨਾਂ ਨੂੰ ਬੁਲਾਉਣਾ ਚਾਹੇ ਕੋਈ ਤਾਂ ਕੀ ਕਰੇ। ਆਖਿਆ ਉਹਨਾਂ ਦੇ ਚਰਨਾਂ ਨੂੰ ਮਲ ਮਲ ਕੇ ਧੋਵਾਂ। ਬਸ ਇਹ ਇੱਕ ਤਰੀਕਾ ਹੈ ਮਹਾਂਪੁਰਸ਼ਾਂ ਤੋਂ ਕਿਰਪਾ ਲੈਣ ਦਾ। ਇਸ ਤਰ੍ਹਾਂ ਤੁਰਦਿਆਂ ਤੁਰਦਿਆਂ ਬਾਬਾ ਊਨਾ ਉਹਨਾਂ ਸ਼ਹਿਰ ਦੇ ਨੇੜੇ ਇੱਕ ਭਿਆਨਕ ਜੰਗਲ ਵਿੱਚ ਪਹੁੰਚ ਗਏ, ਕਿਉਂਕਿ ਇਕਾਂਤ ਥਾਵਾਂ ਨਾਮ ਜਪਣ ਵਾਲਿਆਂ ਨੂੰ ਬਹੁਤ ਪਸੰਦ ਹੁੰਦੀਆਂ ਹਨ। ਇੱਕ ਬ੍ਰਿਸ਼ ਹੇਠਾਂ ਢੋਹ ਲਾ ਕੇ ਬੈਠੇ ਹਨ ਤਾਂ ਇੱਥੇ ਇੱਕ ਆਜੜੀ ਬੱਕਰੀਆਂ ਚਾਰਦਾ ਹੋਇਆ ਆਇਆ। ਉਸ ਦੀ ਨਿਗਾਹ ਪਈ, ਸਿਰ ਝੁਕ ਗਿਆ, ਕਿਉਂਕਿ ਕਮਾਈ ਵਾਲਿਆਂ ਦੇ ਅੱਗੇ ਸਿਰ ਆਪਣੇ ਆਪ ਝੁਕ ਜਾਂਦੇ ਹਨ। ਉਹਨਾਂ ਨੂੰ ਭੇਖ ਦਿਖਾਉਣ ਦੀ ਲੋੜ ਨਹੀਂ ਹੁੰਦੀ, ਨਾ ਹੀ ਉਹਨਾਂ ਨੂੰ ਨਾਲ ਡਾਂਗਾਂ ਜਾਂ ਰਾਈਫਲਾਂ ਵਾਲਿਆਂ ਦੀ ਲੋੜ ਪੈਂਦੀ ਹੈ, ਜੋ ਲੋਕਾਂ ਨੂੰ ਡਰਾ ਕੇ ਮੱਥਾ ਟੇਕਣ ਲਈ ਮਜਬੂਰ ਕਰਨ। ਆਜੜੀ ਨੇ ਨਮਸਕਾਰ ਕੀਤੀ ਅਤੇ ਬੇਨਤੀ ਕੀਤੀ, ਫਕੀਰ ਸਾਈਂ ਸਾਹਮਣੇ ਉਹਨਾਂ ਸ਼ਹਿਰ ਹੈ, ਉੱਥੇ ਜਾ ਕੇ ਭਿੱਖਿਆ ਲਵੋ। ਜੇ ਨਹੀਂ ਤਾਂ ਬੇਦੀਆਂ ਦਾ ਲੰਗਰ 8 ਪਹਿਰ ਚੱਲਦਾ ਹੈ, ਉੱਥੇ ਸਭ ਨੂੰ ਪ੍ਰਸ਼ਾਦਾ ਮਿਲਦਾ ਹੈ, ਤੁਸੀਂ ਵੀ ਛਕ ਆਓ। ਪਹਿਲਾਂ ਤਾਂ ਨਾ ਬੋਲੇ, ਫਿਰ ਕਹਿਣ ਲੱਗੇ, ਪਿਆਰਿਆ ਤੂੰ ਕੋਈ ਫਿਕਰ ਨਾ ਕਰ, ਸਾਨੂੰ ਜੇ ਲੋੜ ਹੋਏਗੀ ਤਾਂ ਅਸੀਂ ਚਲੇ ਜਾਵਾਂਗੇ। ਆਜੜੀ ਬੱਕਰੀਆਂ ਚਾਰਦਾ ਚਾਰਦਾ ਅੱਗੇ ਚਲਾ ਗਿਆ ਅਤੇ ਸ਼ਾਮ ਨੂੰ ਵਾਪਸ ਆਇਆ ਅਤੇ ਦੇਖਿਆ ਕਿ ਮਹਾਤਮਾ ਉਸੇ ਤਰ੍ਹਾਂ ਉੱਥੇ ਦੇ ਉੱਥੇ ਹੀ ਬੈਠੇ ਹਨ, ਕਿਉਂਕਿ ਆਜੜੀ ਨਹੀਂ ਸੀ ਸਮਝਦਾ ਬਾਬਾ ਜੀ ਦੀ ਅਵਸਥਾ ਨੂੰ। ਉਹ ਤਾਂ ਸਮਝਦਾ ਸੀ ਕਿ ਬਸ ਜਿਵੇਂ ਆਮ ਸਾਧ ਹੁੰਦੇ ਹਨ ਉਸੇ ਤਰ੍ਹਾਂ ਇਹ ਵੀ ਹੋਣਗੇ, ਪਰ ਕੀ ਪਤਾ ਸੀ ਉਸਨੂੰ ਕਿ ਇਹ ਇਹਨਾਂ ਦੇ ਹੁਕਮ ਵਿੱਚ ਤਾਂ ਤ੍ਰੈਲੋਕੀ ਦਾ ਰਾਜ ਹੈ। ਇਹ ਤਾਂ ਬਸ ਰੰਗ ਵਿੱਚ ਇਸ ਤਰ੍ਹਾਂ ਵਿਚਰ ਰਹੇ ਹਨ। ਬਸਤਾ ਟੂਟੀ ਝੌਂਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ। ਮਿੱਤਰ ਨਾ ਇੱਠ ਧਨ ਰੂਪਹੀਣ, ਕਿਛ ਸਾਕ ਨਾ ਸਿੰਨਾ। ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਪਿੰਨਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 707। ਆਜੜੀ ਨੇ ਆ ਕੇ ਨਮਸਕਾਰ ਕੀਤੀ, ਬੇਨਤੀ ਕੀਤੀ, ਰੱਬ ਵਾਲਿਓ ਤੁਸੀਂ ਇੱਥੇ ਹੀ ਬੈਠੇ ਹੋ, ਗਏ ਨਹੀਂ ਕਿਤੇ ਭੋਜਨ ਛਕਣ। ਬਾਬਾ ਜੀ ਨੇ ਮੁਸਕਰਾ ਕੇ ਆਖਿਆ, ਨਹੀਂ। ਆਜੜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ ਮੇਰੇ ਕੋਲ ਬੱਕਰੀਆਂ ਹਨ, ਜੇ ਪ੍ਰਵਾਨ ਕਰੋ ਤਾਂ ਇਹਨਾਂ ਦਾ ਦੁੱਧ ਚੋ ਕੇ ਭੇਟਾ ਕਰਾਂ। ਬਾਬਾ ਜੀ ਨੇ ਆਖਿਆ, ਜੇ ਇਹਨਾਂ ਵਿੱਚੋਂ ਕੋਈ ਤੇਰੀ ਆਪਣੀ ਬੱਕਰੀ ਹੈ ਤਾਂ ਉਸ ਦਾ ਦੁੱਧ ਦੇ ਦੇ, ਨਹੀਂ ਕਿਸੇ ਦੀ ਬੱਕਰੀ ਦਾ ਦੁੱਧ ਸਾਨੂੰ ਨਹੀਂ ਚਾਹੀਦਾ। ਤਾਂ ਉਸਨੇ ਆਖਿਆ, ਜੀ ਇਹਨਾਂ ਵਿੱਚੋਂ 2 ਬੱਕਰੀਆਂ ਮੇਰੀਆਂ ਹਨ। ਤਾਂ ਭੱਜ ਕੇ ਉਹਨਾਂ ਵਿੱਚੋਂ ਇੱਕ ਫੜ ਲਿਆਇਆ। ਬਾਬਾ ਜੀ ਨੇ ਚਿੱਪੀ ਵਿੱਚੋਂ
ਚੋ ਕੇ ਛਕ ਲਿਆ। ਆਜੜੀ ਆਗਿਆ ਲੈ ਕੇ ਆਪਣੇ ਘਰ ਚਲਾ ਗਿਆ। ਜਦੋਂ ਘਰ ਜਾ ਕੇ ਬੱਕਰੀਆਂ ਚੋਈਆਂ ਤਾਂ ਉਹਨਾਂ ਨੇ ਉਤਨਾ ਹੀ ਦੁੱਧ ਦਿੱਤਾ ਜਿਤਨਾ ਪਹਿਲਾਂ ਦਿੰਦੀਆਂ ਸਨ। ਬੜਾ ਹੈਰਾਨ ਹੋਇਆ ਕਿ ਇਸ ਬੱਕਰੀ ਦਾ ਦੁੱਧ ਤਾਂ ਸੰਤਾਂ ਨੇ ਚੋ ਲਿਆ ਸੀ। ਉਸਨੇ ਦੁਬਾਰਾ ਫਿਰ ਉਤਨਾ ਦੁੱਧ ਦੇ ਦਿੱਤਾ। ਅਗਲੇ ਦਿਨ ਫਿਰ ਉਸ ਪਾਸੇ ਗਿਆ ਤੇ ਬਾਬਾ ਜੀ ਨੂੰ ਲੱਭਦਾ ਫਿਰੇ, ਪਰ ਬਾਬਾ ਜੀ ਨਹੀਂ ਮਿਲੇ। ਦੂਜੇ ਦਿਨ ਵੀ ਨਾ ਮਿਲੇ, ਤੀਜੇ ਦਿਨ ਵੀ ਨਾ ਮਿਲੇ। ਚੌਥੇ ਦਿਨ ਅਚਾਨਕ ਇੱਕ ਬ੍ਰਿਛ ਦੇ ਮੁੱਢ ਵਿੱਚ ਦਰਸ਼ਨ ਹੋਏ। ਕੋਲ ਆ ਕੇ ਨਮਸਕਾਰ ਕੀਤੀ, ਬੇਨਤੀ ਕੀਤੀ, ਜੀ ਮੈਂ 2 ਦਿਨ ਤੋਂ ਲੱਭ ਰਿਹਾ ਹਾਂ, ਤੁਸੀਂ ਲੱਭੇ ਨਹੀਂ, ਅੱਜ ਦਰਸ਼ਨ ਹੋਏ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਸਾਨੂੰ ਕਿੱਥੋਂ ਕਿੱਥੋਂ ਲੱਭੇਗਾ, ਤੂੰ ਆਪਣਾ ਕੰਮ ਕਰ ਜਿਹੜਾ ਕਰਨ ਆਇਆ। ਆਜੜੀ ਨੇ ਬੇਨਤੀ ਕੀਤੀ, ਜੀ ਦੁੱਧ ਚੋ ਲਓ। ਬਾਬਾ ਜੀ ਨੇ ਬੇਨਤੀ ਮੰਨ ਕੇ ਦੁੱਧ ਛਕ ਲਿਆ। ਉਸ ਆਜੜੀ ਦੇ ਹੱਥ ਵਿੱਚ ਤਸਬੀਹ ਵੇਖ ਕੇ ਬਾਬਾ ਜੀ ਨੇ ਪੁੱਛਿਆ, ਤਸਬੀਹ ਫੇਰਦਾ ਹੁੰਨਾ? ਬੇਨਤੀ ਕੀਤੀ, ਜੀ ਗਰੀਬ ਨਿਵਾਜ, ਕਿੰਨਾ ਚਿਰ ਹੋਇਆ ਫੇਰਦੇ ਨੂੰ? ਆਜੜੀ ਨੇ ਦੱਸਿਆ, ਜੀ ਕਈ ਸਾਲ ਹੋ ਗਏ ਹਨ। ਇੱਕ ਪੀਰ ਸੀ, ਉਸਨੇ ਕੁਝ ਦੱਸਿਆ ਸੀ ਕਿ ਤੇਰੇ ਅੰਦਰੋਂ ਸੋਹਣੀਆਂ ਆਵਾਜ਼ਾਂ ਆਉਣਗੀਆਂ। ਰੱਬੀ ਨੂਰ ਦੀ ਝਲਕ ਤਾਂ ਪੈਣ ਲੱਗ ਗਈ ਹੈ, ਪਰ ਅਜੇ ਕੁਝ ਪਤਾ ਨਹੀਂ ਲੱਗਾ। ਬਾਬਾ ਜੀ ਨੇ ਆਖਿਆ, ਆ ਸਾਡੇ ਨੇੜੇ ਹੋ, ਤੈਨੂੰ ਕੁਝ ਦਿਖਾਈਏ। ਜਦੋਂ ਨੇੜੇ ਹੋਇਆ ਤਾਂ ਕਹਿਣ ਲੱਗੇ, ਜੋ ਤੇਰੇ ਪੀਰ ਨੇ ਆਖਿਆ ਹੈ ਇੱਥੇ ਬੈਠ ਕੇ ਪੜ੍ਹ। ਜਦੋਂ ਉਸਨੇ ਪੜ੍ਹਿਆ ਤਾਂ ਮਨ ਇੰਨੀ ਉੱਚੀ ਅਵਸਥਾ ਵਿੱਚ ਚਲੇ ਗਿਆ ਕਿ ਬਹੁਤ ਹੀ ਆਨੰਦ ਆਇਆ। ਸ਼ਾਇਦ ਇਹ ਆਨੰਦ ਯੁਗਾਂ ਦੀ ਤਪੱਸਿਆ ਕਰਕੇ ਵੀ ਨਾ ਮਿਲਦਾ, ਜੋ ਬਾਬਾ ਜੀ ਦੀ ਘੁੱਟ ਕੁ ਦੁੱਧ ਦੀ ਸੇਵਾ ਨੇ ਬਖਸ਼ ਦਿੱਤਾ। ਬਸ ਫਿਰ ਕੀ ਸੀ, ਫਿਰ ਤਾਂ ਡਿੱਗ ਪਿਆ ਚਰਨਾਂ ਦੇ ਉੱਪਰ ਤੇ ਦੱਸਿਆ, ਗਰੀਬ ਨਿਵਾਜ, ਕੁਰਬਾਨ ਜਾਵਾਂ, ਸਦਕੇ ਜਾਵਾਂ ਤੁਹਾਡੇ ਚਰਨਾਂ ਤੋਂ, ਜਿਨ੍ਹਾਂ ਨੇ ਮੈਨੂੰ ਸਭ ਕੁਝ ਅੰਦਰੋਂ ਹੀ ਦਿਖਾ ਦਿੱਤਾ। ਬਾਬਾ ਜੀ ਹੱਸ ਕੇ ਕਹਿਣ ਲੱਗੇ, ਸਭ ਕੁਝ ਅੰਦਰ ਹੀ ਤਾਂ ਹੈ। ਹੁਣ ਜਾ ਜਾ ਕੇ ਮਿਹਨਤ ਕਰ, ਨਿਤਨੇਮ ਕਰ, ਇਸ ਰਸ ਨੂੰ ਸੰਭਾਲ ਕੇ ਰੱਖੀਂ ਤੇ ਸਦਾ ਸੁਖੀ ਰਹੇਗਾ।